ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪੰਜਵਾ। ਘਰ ਛੇਵਾਂ। ਕਰਨ ਕਾਰਨ ਏਕ ਉਹੀ, ਜਿਨ ਕੀਆ ਆਕਾਰ। ਤਿਸਹਿ ਧਿਆਵਹੁ ਮਨ ਮੇਰੇ, ਸਰਬ ਕੋ ਆਧਾਰ। ਕਰਨ ਕਾਰਨ ਏਕ ਉਹੀ, ਜਿਨ ਕੀਆ ਆਕਾਰ। ਤਿਸਹਿ ਧਿਆਵਹੁ ਮਨ ਮੇਰੇ, ਸਰਬ ਕੋ ਆਧਾਰ। ਗੁਰ ਕੇ ਚਰਨ ਮਨ ਮਹਿ ਧਿਆਏ, ਛੋੜ ਸਗਲ ਸਿਆਣਪਾ। ਸਾਚ ਸ਼ਬਦ ਲਿਵ ਲਾਇ, ਰਹਾਉ ਦੁਖ ਕਲੇਸ਼ ਨਾ ਭਉ ਵਿਆਪੈ। ਗੁਰ ਮੰਤਰ ਹਿਰਦੈ ਹੋਏ, ਕੋਟ ਜਤਨਾ ਕਰ ਰਹੇ। ਗੁਰ ਬਿਨ ਤਰਿਓ ਨਾ ਕੋਇ, ਦੇਖ ਦਰਸ਼ਨ ਮਨ ਸਾਧਾਰੈ। ਪਾਪ ਸਗਲੇ ਜਾਹੇ, ਹਉ ਤਿਨ ਕੈ ਬਲਿਹਾਰਣੈ। ਜੇ ਗੁਰ ਕੀ ਪੈਰੀ ਪਾਹੇ, ਸਾਧ ਸੰਗਤ ਮਨ ਵਸੈ। ਸਾਚ ਹਰਿ ਕਾ ਨਾਉ, ਸੇ ਵਡ ਭਾਗੀ ਨਾਨਕਾ। ਜਿਨਾ ਮਨ ਇਹੋ ਪਾਉ, ਸਾਧ ਸੰਗਤ ਮਨ ਵਸੈ। ਸਾਚ ਹਰਿ ਕਾ ਨਾਉ, ਸੇ ਵਡ ਭਾਗੀ ਨਾਨਕਾ। ਜਿਨਾ ਮਨ ਇਹੋ ਪਾਉ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ
ਜੁਗੋ ਜੁਗ ਅਟਲ ਸ਼ਬਦ ਗੁਰੂ, ਚਵਰ ਤਖਤ ਛਤਰ ਦੇ ਮਾਲਕ, ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ, ਬੇਅੰਤ ਖੰਡਾਂ ਬ੍ਰਹਮੰਡਾਂ ਦੇ ਸਿਰਜਣਹਾਰ, ਧੰਨ ਧੰਨ ਸਾਹਿਬ ਸਤਿਗੁਰੂ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਪਰ ਉਪਕਾਰੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਆਪਰੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ ਸ਼੍ਰੀ ਕਲਗੀਧਰ ਜੀ, ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼, ਅਰਸ਼ਾਂ ਫਰਸ਼ਾਂ ਦੇ ਮਾਲਕ, ਨੀਲੇ ਦੇ ਸ਼ਾਹੇ ਅਸਵਾਰ, ਦੇਗ ਤੇਗ ਦੇ ਧਣੀ ਮਰਦ ਅਗੰਮੜੇ, ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ, ਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ। ਆਪ ਜੀ ਵਡਭਾਗੇ ਹੋ, ਧੰਨਤਾ ਦੇ ਯੋਗ ਹੋ, ਜਿਨ੍ਹਾਂ ਤੇ ਸਾਹਿਬਾਂ ਨੇ ਕਿਰਪਾ ਕੀਤੀ, ਗੁਰੂ ਬਖਸ਼ੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਸਾਹਿਬਾਂ ਜੀ ਦੇ ਮਹਾਨ ਅਸਥਾਨ ਤੇ ਹਾਜ਼ਰੀ ਭਰ ਕੇ ਸਤਿਗੁਰੂ ਪਾਤਸ਼ਾਹ ਨੂੰ ਨਤਮਸਤਕ ਹੁੰਦਿਆਂ ਸਾਹਿਬਾਂ ਜੀ ਦੇ ਦਰਸ਼ਨ ਪਰਸਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀ ਇਲਾਹੀ ਦਰਗਾਹੀ ਅੰਮ੍ਰਿਤ ਬਾਣੀ ਨੂੰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਕਰਦਿਆਂ ਜੀਵਨ ਦੀਆਂ ਘੜੀਆਂ ਨੂੰ, ਸਮੇਂ ਨੂੰ, ਸਵਾਸਾਂ ਨੂੰ ਸਫਲਿਆਂ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਅਸਥਾਨ ਤੇ ਲੜੀਵਾਰ ਗੁਰੂ ਸ਼ਬਦ ਉਪਦੇਸ਼ ਧੁਰ ਕੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਸਾਡੇ ਕਲਯੁਗੀ ਜੀਵਾਂ ਦੇ ਭਲੇ ਹੇਤ ਸਮੁੱਚੀ ਸ੍ਰਿਸ਼ਟੀ ਲੁਕਾਈ ਮਾਨਵਤਾ ਮਨੁੱਖਤਾ ਦੀ ਕਲਿਆਣ ਕਰਨ ਵਾਲਾ ਪਾਵਨ ਮੁਬਾਰਕ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਮੁਖ ਮੰਡਲ ਰਸਨਾ ਦੁਆਰਾ ਉਚਾਰਨ ਕਰਕੇ ਬਖਸ਼ਿਸ਼ ਕੀਤਾ ਹੈ। ਉਪਦੇਸ਼ ਦੀ ਵਿਚਾਰ ਤੋਂ ਪਹਿਲਾਂ ਮਨ ਬਿਰਤੀ ਸੁਰਤੀ ਦੀ ਇਕਾਗਰਤਾ, ਮਨ ਦੀ ਪਵਿੱਤਰਤਾ ਦੇ ਲਈ, ਮਨ ਦੇ ਠਹਿਰਾਅ ਵਾਸਤੇ, ਰਸਨਾ ਦੀ ਪਵਿੱਤਰਤਾ ਵਾਸਤੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਹੋਇਆਂ ਸਾਹਿਬਾਂ ਜੀ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਸਾਂਝ ਪਾਈਏ। ਸਾਰੇ ਵਾਹਿਗੁਰੂ ਮੰਤਰ ਦਾ ਜਾਪ ਕਰੀਏ। ਅੱਜ ਦੇ ਉਪਦੇਸ਼ ਅੰਦਰ ਸਾਹਿਬਾਂ ਨੇ ਗੁਰੂ ਦੇ ਮੰਤਰ ਦਾ ਜ਼ਿਕਰ ਕੀਤਾ ਹੈ। ਗੁਰੂ ਦਾ ਮੰਤਰ ਹੈ ਵਾਹਿਗੁਰੂ ਮੰਤਰ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਹੋਰ ਕੋਈ ਮੰਤਰ ਨਹੀਂ ਜਿਹਦੇ ਨਾਲ ਹਉਮੈ ਖਤਮ ਹੁੰਦੀ ਹੋਵੇ, ਸਗੋਂ ਬਹੁਤ ਸਾਰੇ ਮੰਤਰ ਜਿਨ੍ਹਾਂ ਨੂੰ ਜਪਣ ਨਾਲ ਹਉਮੈ ਵੱਧ ਜਾਂਦੀ ਹੈ ਕਿ ਇੰਨਾ ਜਪਿਆ ਹੈ, ਇੰਨੀ ਵਾਰੀ ਜਪਿਆ, ਇੰਨਾ ਭਾਰੀ ਜਪਿਆ। ਕੇਵਲ ਵਾਹਿਗੁਰੂ ਮੰਤਰ ਹੈ ਜਿਸ ਨੂੰ ਜਪਣ ਨਾਲ ਹਉਮੈ
ਮੁੱਕ ਜਾਂਦੀ, ਖਤਮ ਹੋ ਜਾਂਦੀ ਹੈ। ਸੋ ਬਾਣੀ ਦੇ ਅੰਦਰ ਜੋ ਇਹ ਪਾਵਨ ਉਪਦੇਸ਼ ਅੱਜ ਦਿੱਤਾ ਹੈ ਗੁਰਮੰਤਰ ਬਾਰੇ, ਇਸ ਦੀ ਵੀ ਵਿਚਾਰ ਕਰਾਂਗੇ ਸਾਰੇ ਮਿਲ ਕੇ। ਵਾਹਿਗੁਰੂ ਮੰਤਰ ਦਾ ਜਾਪ ਕਰੀਏ, ਜਪੀਏ। ਵਾਹਿਗੁਰੂ 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 ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪੰਜਵਾ। ਘਰ ਛੇਵਾ। ਕਰਨ ਕਾਰਨ ਏਕ ਓਹੀ, ਜਿਨ ਕੀਆ ਆਕਾਰ। ਸ੍ਰੀ ਰਾਗ, ਰਾਗ ਦਾ ਨਾਮ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਥਮ ਰਾਗ, ਪਹਿਲਾ ਰਾਗ ਸ਼੍ਰੋਮਣੀ ਰਾਗ। ਰਾਗਾਂ ਵਿੱਚ ਸ੍ਰੀ ਰਾਗ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ। ਰਾਗਾਂ ਵਿੱਚੋਂ ਸ਼੍ਰੋਮਣੀ ਰਾਗ ਸ੍ਰੀ ਰਾਗ। ਮਹੱਲਾ ਦਾ ਅਰਥ ਹੈ ਸਰੂਪ। ਪੰਚਮ ਪਾਤਸ਼ਾਹ, ਪੰਜਵਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਘਰ ਦਾ ਅਰਥ ਹੈ ਤਾਲ। ਜਿੱਥੇ ਰਾਗ ਹੈ ਉੱਥੇ ਨਾਲ, ਗੁਰੂ ਘਰ ਵਿੱਚ ਤਾਲ ਵੀ ਬੜਾ ਨੇੜੇ ਦਾ ਡੂੰਘਾ ਸੰਬੰਧ ਰਾਗ ਨਾਲ ਰੱਖਦਾ ਹੈ। ਤਾਲ ਕਿਹੜਾ ਹੈ? ਛੇਵਾਂ। ਇੱਕ ਘਰ ਦੀਆਂ 3 ਮਾਤਰਾ ਵਿਦਵਾਨ ਮੰਨਦੇ ਹਨ। ਸੋ ਇਸ ਤਰ੍ਹਾਂ 6 ਦੀਆਂ 18 ਮਾਤਰਾ ਦੇ ਵਿੱਚ ਤਬਲੇ ਦੀਆਂ ਹੋਣ, ਮਿਰਦੰਗ ਦੀਆਂ ਹੋਣ, ਢੋਲਕੀ ਦੀਆਂ। ਸੋ ਉਹ ਸੱਜਣ ਜਾਣਦੇ ਹਨ ਜਿਹੜੇ ਤਾਲ ਦੇ ਮਾਹਿਰ ਹਨ, ਤਾਲ ਦੀ ਸੋਝੀ ਰੱਖਦੇ ਹਨ, ਤਾਲ ਬਾਰੇ ਜਾਣਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੁੱਲ 17 ਘਰਾਂ ਦੇ ਵਿੱਚ ਇਹ ਬਾਣੀ ਉਚਾਰਨ ਕੀਤੀ ਹੈ। ਇਹ ਸ੍ਰੀ ਰਾਗ, ਰਾਗ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਹਿਲਾ ਸ਼ਬਦ ਹੈ, ਜੋ 6ਵੇਂ ਘਰ ਸੁਰ ਤਾਲ ਦੇ ਅੰਦਰ ਸਾਹਿਬਾਂ ਨੇ ਉਚਾਰਨ ਕੀਤਾ ਹੈ। ਇਸ ਸ਼ਬਦ ਦੀ ਜਿਹੜੀ ਉਥਾਨਕਾ ਹੈ ਉਹ ਇਸ ਪ੍ਰਕਾਰ ਹੈ ਕਿ ਇੱਕ ਦਿਨ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਗੁਰਸਿੱਖ ਪਿਆਰਿਆਂ ਜਗਿਆਸੂਆਂ ਨੇ ਬੇਨਤੀ ਕੀਤੀ, ਮਹਾਰਾਜ ਜੋ ਸ੍ਰਿਸ਼ਟੀ ਰਚਨਾ ਹੈ ਇਸ ਦੇ ਸੰਬੰਧ ਵਿੱਚ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਰਹਿਬਰ ਵਿਦਵਾਨ ਆਪਣੀ ਆਪਣੀ ਰਾਏ, ਆਪਣੇ ਆਪਣੇ ਵਿਚਾਰ ਪ੍ਰਗਟ ਕਰਦੇ ਹਨ। ਕੋਈ ਆਖਦਾ ਹੈ ਕਿ ਜਿੰਨੀ ਰਚਨਾ ਹੋਈ ਹੈ ਅਣੂਆਂ ਤੋਂ ਬਣੀ, ਜਿੰਨੇ ਵੀ ਛੋਟੇ-ਛੋਟੇ ਅਣੂ ਹਨ ਉਹ ਮਿਲ ਕੇ ਸ੍ਰਿਸ਼ਟੀ ਬਣੇ ਹਨ। ਕੋਈ ਕਹਿੰਦਾ ਹੈ ਸਾਰੀ ਰਚਨਾ ਕਾਲ ਤੋਂ ਹੋਈ ਹੈ। ਕੋਈ ਕਹਿੰਦਾ ਨਹੀਂ, ਅਗਿਆਨ ਤੋਂ ਸਾਰੀ ਰਚਨਾ ਬਣੀ ਹੈ। ਗਿਆਨ ਹੋ ਜੇ ਤੇ ਕੋਈ ਰਚਨਾ ਨਹੀਂ ਹੈ, ਸਭ ਕੁਛ ਹੀ ਖਤਮ ਹੈ। ਇਹ ਸਾਰੀ ਰਚਨਾ ਅਗਿਆਨ ਤੋਂ ਪੈਦਾ ਹੋਈ ਹੈ।
कोई किसी तरीके नाल, कोई किसी तरीके नाल अपने अपने विचार प्रगट करदा। विग्यानी कहंदे बड़ा वड्डा धमाका होया सी, कंन पाटवीं आवाज़ होई, फिर ये सारी सृष्टि खंड ब्रह्मंड होंद विच आ गए। गुरमत दा जो सिद्धांत, जो नज़रिया है, वो है कि अकाल पुरख वाहिगुरु दे अपने संकल्प तो, अपने फुरने तो, अपनी मर्जी तो, अपनी इच्छा तो, अपने बचन तो, ओंकार दी धुनी तो ये सारी रचना खंड ब्रह्मंड ये सारे होंद विच आ गए। जपजी साहिब जी दे अंदर साहिबां दस दिता, कीता पसाओ। कीता दा अर्थ है कर दिता, पसाओ दा अर्थ हुंदा पसारा। आ सारी रचना किवें कीता? कीता पसाओ एको कवाओ। कवाओ हुंदा बचन, आवाज़, शब्द। साहिब कहंदे सारा पसारा शब्द तो होया। विग्यानी भी इसे चीज़ नूं ही अगे जाके व्याख्या करते मानते कि आवाज़ होई सी जदों ये सब कुछ बनया। साहिब गुरु नानक देव पातशाह के समय कोई जंतर नहीं सी, कोई इस तरह कोई वेख्या जा सकता, कोई माइक्रोस्कोप वर्गी कोई वस्तु होवे जिन्ना ब्रह्मंड वेखे जा सकते, छोटिया छोटिया वस्तुओं नूं वेख्या जा सकता। साहिबां ने अपने अनुभव द्वारा, दिव्य दृष्टि नेत्रां द्वारा जो तकिया उस संसार नूं दसिया। जदों विद्वानां ने, जग्यासुआं ने, जोगियां ने, होर महापुरुषां ने पुछया महाराज तुहाडा की ख्याल है, तुसीं सानूं दसो, तां साहिबां गल ही मुका दित्ती कि अंदाजे जिन्ने मर्जी ला लओ, जा करता सिर ठीक हो साजे आपे जाने सोई। वो आप जानदा कदों साजी। कोई कहंदा जी 5000 करोड़, कोई कहंदा 10,000 करोड़, जदों कोई है ही नहीं सी। ये अंदाजे ये क्याफे हैं। सो अंदाजा कोई भी ला सकता है, किसी के मन का कोई ख्याल हो सकता है, अपने अपने ख्याल हैं। पर ये सृष्टि किसने रची है, ये सारे आकार किवें बने, ये पहली पंक्ति विच गुरु अर्जन देव पातशाह ने वर्णन किया है। करण कारण एक ओही। सो करण जिन्नी आ सृष्टि है वाहिगुरु दा करण है। इस करण दा कारण कौन है? अकाल पुरख वाहिगुरु। दो तरह के कारण हुंदे हन, एक निमित्त कारण हुंदा, एक उपादान कारण हुंदा है। दो कारणों तो बिना कदी कोई रचना नहीं हुंदी। मसलन जिवें सोने का गहना है, जां कोई मिट्टी का भांडा, जां कोई मकान ही ला लो, पहलों उहदे वास्ते कोई समान तो चाहिए ना। हुण सोने का कोई गहना घड़ना, उहदे वास्ते सोना हाज़र चाहिए है, सोने नूं ता दिता होवे, सोना शुद्ध होवे। कोई मिट्टी का भांडा बनाना, कोई बर्तन तैयार करना, उहदे वास्ते मिट्टी चाहिए है, घुमियार चाहिए है। सोने का गहना बनाने वास्ते सुनियार चाहिए है, लोहे की घाड़त करने वास्ते लोहार चाहिए। ये जिन्ना कुछ भी है, मिट्टी ते घड़ा, सोना ते सोने का गहना, इनू कहते ने उपादान कारण। ते जिहड़ा घुमियार जां सुनियारा है, इनू कहते ने निमित्त कारण। निमित्त दा अर्थ हुंदा है जिहड़ा उहदा कारण बनदा है, जिहड़ा आप साजदा है। सृष्टि के संबंध विच अकाल पुरख वाहिगुरु परमेश्वर उपादान कारण भी आप है ते निमित्त कारण भी आप है। उन्हें आप ही ये सारी रचना रची है, आपे ही 5 तत्त पैदा किए। 5 तत्त कर तुद सिठ सब साजी, कोई सेवा करियो जे किश कीता होवे। है कोई ऐसा अज तक कोई नहीं पैदा हो सकिया कि कोई सेवा तत्त बना सके। सारी रचना उसने 5 तत्तां तो पैदा की है। करन वाला भी उही है। हुण घड़ा तो तैयार कर दिता, पर घड़े दे विच जिहड़ा घड़े नूं तैयार करन वाला घुमियार है वो विच मौजूद नहीं है। घड़ा किते पिया कोई वरती जा रहा है, पर जिहड़ी सृष्टि रचना है इहदे विच करता मौजूद है। अकाल पुरख वाहिगुरू दी होंद जर्रे जर्रे दे विच मौजूद है। निक्की शै तो लैके वड्डी तक सारिਆਂ विच भावें वो छायां जिंद होण भावें निर्जिंद होण, उन्हां सारिਆਂ दे विच ही उसने अपना आपा रखिया है। सो इस वास्ते साहिब कह रहे ने करन कारण एक होई। सुखमनी साहिब जी दे अंदर
ਇਸ ਬਚਨ ਨੂੰ ਸਾਹਿਬਾਂ ਨੇ ਹੋਰ ਖੋਲਿਆ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨੈ, ਜਲ ਥਲ ਮਹੀਅਲ ਸੋਏ। ਸਾਰੇ ਕਾਰਨਾਂ ਨੂੰ ਕਰਨ ਵਾਲਾ ਇੱਕੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਤੇ ਨਾਲ ਦੱਸ ਦਿੱਤਾ ਹੈ ਕਿ ਦੂਸਰ ਨਾਹੀ, ਦੂਜਾ ਕੋਈ ਭਾਈ ਹੋਰ ਨਹੀਂ ਹੈ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਜੋ ਤੂੰ ਕਰਤਾ ਪੁਰਖ ਕਰਦਾ ਹੈ ਉਹੀ ਹੁੰਦਾ ਹੈ। ਇਸੇ ਤਰ੍ਹਾਂ ਦਾ ਹੀ ਬਚਨ ਸਤਿਗੁਰੂ ਪਾਤਸ਼ਾਹ ਜੀ ਨੇ 52 ਅੱਖਰੀ ਵਿੱਚ ਉਚਾਰਨ ਕੀਤਾ। ਆਪੇ ਕੀਆ ਕਰਾਇਆ, ਆਪੇ ਕਰਨੇ ਜੋਗ, ਨਾਨਕ ਏਕੋ ਰਵ ਰਹਾ, ਦੂਸਰ ਹੋਆ ਨਾ ਹੋ। ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਸਾਰਿਆਂ ਵਿੱਚ ਪਰਿਪੂਰਨ ਹੋ ਰਿਹਾ, ਵਿਆਪਕ ਹੋ ਰਿਹਾ। ਨਾ ਦੂਜਾ ਉਹਦੇ ਵਰਗਾ ਕਦੇ ਸੀ ਤੇ ਨਾ ਹੈ ਨਾ ਹੋਵੇਗਾ। ਆਪੇ ਕੀਆ ਕਰਾਇਆ, ਆਪੇ ਸਾਰੀ ਰਚਨਾ ਰਚੀ ਹੈ, ਆਪੇ ਜੀਵਾਂ ਦੇ ਕੋਲੋਂ ਸਭ ਕੁਝ ਕਰਾਉਂਦਾ ਹੈ। ਸੋ ਐਸਾ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਹੈਗੇ ਨੇ 5-7, ਜਿਵੇਂ ਸਨਾਤਨ ਮਤ ਵਿੱਚ 3 ਕਹਿ ਜਾਂਦੇ ਜੀ। 3 ਨੇ, ਇੱਕ ਸ੍ਰਿਸ਼ਟੀ ਨੂੰ ਰਾਚਦਾ ਹੈ, ਇੱਕ ਪਾਲਦਾ ਤੇ ਇੱਕ ਲੈਤਾ ਕਰਦਾ। ਗੁਰੂ ਸਾਹਿਬ ਕਹਿੰਦੇ ਏਕ ਉਹੀ, ਇੱਕੋ ਹੀ ਹੈ। ਅੱਗੇ ਜਾ ਕੇ ਮਾਝ ਰਾਗ ਵਿੱਚ ਇੱਕ ਬਚਨ ਆਵੇਗਾ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ। ਪਰੰਦੇ ਨਾ ਗਿਰਾਹ ਜਾਰ ਦਰਖਤ ਆਵੇ ਆਸਕਾਰ, ਏਕ ਤੋਹੀ ਏਕ ਤੋਹੀ। ਕਲਗੀਧਰ ਪਾਤਸ਼ਾਹ ਅਕਾਲ ਉਸਤਤ 'ਚ ਕਹਿੰਦੇ ਨੇ ਤੋਹੀ 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 ਤੋਹੀ। 16 ਵਾਰੀ ਸਾਹਿਬਾਂ ਨੇ ਬਚਨ ਉਚਾਰਨ ਕੀਤਾ ਕਿ ਇੱਕੋ ਉਹੀ ਹੈ। ਏਕ ਉਹੀ, ਉਹ ਇੱਕੋ ਹੀ ਹੈ। ਇੱਕੋ ਹੈ ਭਾਈ, ਇੱਕੋ ਹੈ, ਸਾਰੇ ਥਾਵਾਂ ਤੇ ਇੱਕੋ ਹੀ ਵਿਆਪਕ ਹੈ। ਸਾਹਿਬ ਮੇਰਾ ਇੱਕੋ ਹੈ। ਏਕ ਉਹੀ, ਇੱਕੋ ਹੀ ਹੈ ਭਾਈ ਉਹ। ਜਿਨ ਕੀਆ ਆਕਾਰ, ਆਕਾਰ ਦਾ ਅਖਰੀ ਅਰਥ ਹੁੰਦਾ ਸ਼ਕਲਾਂ। ਜਿੰਨੀਆਂ ਸ਼ਕਲਾਂ ਨੇ ਕਿਵੇਂ ਪੈਦਾ ਹੋਈਆਂ, ਜਿਹਨੇ ਜਪਜੀ ਸਾਹਿਬ ਪੜ੍ਹਿਆ ਉਹਨੂੰ ਪਤਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਇਹ ਹੁਕਮ ਦੁਆਰਾ ਆਕਾਰ ਬਣੇ ਨੇ। ਉਹਦੀ ਮਰਜ਼ੀ ਹੈ ਉਹ ਆਕਾਰ ਬਣਾ ਦੇਵੇ, ਉਹਦੀ ਮਰਜ਼ੀ ਆਕਾਰ ਢਾਹ ਦੇਵੇ। ਪੁੱਛ ਨਾ ਸਾਜੇ ਪੁੱਛ ਨਾ ਢਾਹੇ, ਪੁੱਛ ਨਾ ਲੈਵੇ ਤੇ ਕਿਸੇ ਦੀ ਸਲਾਹ ਨਹੀਂ ਲੈਂਦਾ। ਜੇ ਸਲਾਹ ਲੈਂਦਾ ਹੁੰਦਾ ਤਾਂ ਗੁਆਂਢੀ ਭੁੱਖੇ ਮਰ ਜਾਣੇ ਸਨ। ਜੇਕਰ ਪੁੱਛਿਆ ਨਾ ਜਾਂਦਾ ਨਾ ਤੇਰੇ ਗੁਆਂਢੀ ਨੂੰ ਦੇ ਦੇਵਾਂ ਕੁਛ, ਤੇ ਉਹਨੇ ਕਹਿਣਾ ਨਾ ਨਾ ਸਭ ਕੁਛ ਇੱਧਰ ਆਉਣਾ ਚਾਹੀਦਾ, ਗੁਆਂਢੀ ਵਾਲੇ ਨਹੀਂ ਕੁਛ ਜਾਣਾ ਚਾਹੀਦਾ। ਤੇ ਸਾਹਿਬ ਕਹਿੰਦੇ ਪੁੱਛ ਨਾ ਸਾਜੇ ਪੁੱਛ ਨਾ ਢਾਹੇ, ਪੁੱਛ ਨਾ ਲੈਵੇ। ਨਾ ਕਿਸੇ ਨੂੰ ਪੁੱਛ ਕੇ ਲੈਂਦਾ, ਨਾ ਕਿਸੇ ਨੂੰ ਪੁੱਛ ਕੇ ਦਿੰਦਾ, ਨਾ ਕਿਸੇ ਨੂੰ ਪੁੱਛ ਕੇ ਸਾਜਦਾ, ਨਾ ਕਿਸੇ ਨੂੰ ਪੁੱਛ ਕੇ ਢਾਉਂਦਾ ਹੈ। ਉਹ ਆਪ ਹੀ ਸਾਰੇ ਆਕਾਰ, ਜਿੰਨੀਆਂ ਵੀ ਸ਼ਕਲਾਂ ਨੇ, ਜਿੰਨੇ ਵੀ ਢਾਂਚੇ ਨੇ, ਸਾਡੇ ਸਰੀਰ ਦਾ ਆਕਾਰ ਹੈ। ਜਾਨਵਰਾਂ ਦੇ, ਪਸ਼ੂ ਪੰਛੀਆਂ ਦੇ ਸਰੀਰਾਂ ਦੇ ਵੱਖਰੇ ਵੱਖਰੇ ਆਕਾਰ ਹਨ। ਸੋ ਸਾਹਿਬ ਕਹਿੰਦੇ ਜਿਨ ਕੀਆ ਆਕਾਰ, ਇਹ ਸਾਰਾ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਆਕਾਰ, ਇਹ ਸ਼ਕਲਾਂ, ਇਹ ਸ੍ਰਿਸ਼ਟੀ, ਇਹ ਰਚਨਾ, ਇਹ ਸਾਰਾ ਕੁਛ ਇੱਕੇ ਉਸ ਅਕਾਲ ਪੁਰਖ ਨੇ ਪੈਦਾ ਕੀਤਾ। ਉਹੀ ਕਾਰਨ ਹੈ ਤੇ ਉਹੀ ਕਾਰਨ ਹੈ। ਉਪਾਦਾਨ ਕਾਰਨ ਵੀ ਉਹੀ ਤੇ ਨਿਮਿਤ ਕਾਰਨ ਵੀ ਉਹੀ ਹੈ। ਫਿਰ ਕੀ ਕਰਨਾ ਚਾਹੀਦਾ ਹੈ? ਤੇ ਸਾਹਿਬ ਕਹਿੰਦੇ ਭਾਈ ਆਹ ਕੰਮ ਕਰਨ ਵਾਲਾ ਇਹ ਕਰੋ। ਉਹ ਕਿਹੜਾ ਹੈ? ਤਿਸਹਿ ਧਿਆਵਹੁ ਮਨ ਮੇਰੇ, ਸਰਬ ਕੋ ਆਧਾਰ। ਤਿਸਹਿ ਦਾ ਅਰਥ ਹੈ ਉਸ ਨੂੰ। ਧਿਆਵੋ ਕਹਿੰਦੇ ਯਾਦ ਕਰੋ, ਚੇਤੇ ਕਰੋ। ਮਨ ਮੇਰੇ, ਹੇ ਮੇਰੇ ਮਨ, ਹੇ ਮੇਰੇ ਮਨਾ, ਹੇ ਭਾਈ, ਹੇ ਭੈਣੋ ਭਰਾਵੋ, ਤਿਸੇ ਧਿਆਵੋ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਵੋ, ਯਾਦ ਕਰੋ, ਚੇਤੇ ਕਰੋ, ਜਿਹੜਾ ਸਰਬ ਕੋ ਆਧਾਰ, ਸਰਬ ਸਾਰਿਆਂ ਕੋ ਦਾ ਆਧਾਰ ਹੁੰਦਾ ਆਸਰਾ। ਜਿਹੜਾ ਸਾਰਿਆਂ ਦਾ ਆਧਾਰ, ਆਸਰਾ ਰੂਪ ਹੈ, ਸਹਾਰਾ ਰੂਪ ਹੈ, ਟੇਕ ਰੂਪ ਹੈ, ਉਹ ਅਕਾਲ ਪੁਰਖ ਪਰਮੇਸ਼ਰ। ਸਾਹਿਬ ਕਹਿੰਦੇ ਉਹਨੂੰ ਧਿਆਉਣਾ ਕਰੋ, ਉਹਦਾ ਨਾਮ ਚੇਤੇ ਕਰੋ, ਉਹਦਾ ਚਿੰਤਨ ਕਰੋ। ਉਹਦਾ ਚਿੰਤਨ ਕੀਤਾ ਕਿਵੇਂ ਜਾ ਸਕਦਾ ਹੈ? ਅੱਗੇ ਰਹਾਉ ਵਾਲੇ ਬੰਦ ਵਿੱਚ ਇਹ ਸਾਰਾ ਭੇਦ ਖੋਲਿਆ ਹੈ। ਗੁਰ ਕੇ ਚਰਨ ਮਨ ਮਹਿ ਧਿਆਏ। ਗੁਰੂ ਦੇ ਚਰਨ, ਗੁਰੂ ਦੇ ਕੋਲੋਂ ਨਾਮ ਮਿਲਦਾ ਹੈ ਤੇ ਨਾਮ ਰੂਪੀ ਸਤਿਗੁਰੂ ਦੇ ਚਰਨ ਹਨ। ਘਰ ਘਰ ਪ੍ਰਣਾਮ, ਚਿੱਤ ਚਰਨ ਨਾਮ, ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬਾਧਿਓ ਪਾਲ। ਗੁਰੂ ਦੇ ਚਰਨਾਂ ਨੂੰ ਧਿਆਨ ਨਾਲ ਕੀ ਹੁੰਦਾ ਹੈ? ਸੋਠ ਰਾਗ ਵਿੱਚ ਪੜ੍ਹ ਕੇ ਕਦੀ ਵੇਖਣਾ, ਗੁਰ ਕੇ ਚਰਨ ਜੀ ਕਾ ਨਿਸਤਾਰਾ। ਧਨਾਸਰੀ ਰਾਗ ਵਿੱਚ ਵੀ ਇਹ ਬਚਨ ਆਉਂਦਾ।
गुर के चरण जी का निस्तारा, समुंद सागर जिन खिन मह तारा। कोई हुआ क्रम रत कोई तीर्थ नहाया, दासी हर का नाम ध्याया। कोई कुछ करदा फिरदा कोई कुछ, तेरा वाहिगुरु गुरु दे दासां ने हरि दा नाम ध्याया है। सगल घटा का अंतरजामी, जो सारिਆਂ ਦੀ ਹਿਰਦੇ ਦੇ ਜਾਣਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਸਾਹਿਬ ਕਹਿੰਦੇ ਉਹਦਾ ਸਰਗੁਣ ਸਰੂਪ ਸਤਿਗੁਰੂ ਹੈ। ਗੁਰ ਕੇ ਚਰਨ ਮਨ ਮਹਿ ਧਿਆਏ, ਗੁਰੂ ਦੇ ਚਰਨਾਂ ਨੂੰ, ਨਾਮ ਰੂਪੀ ਚਰਨਾਂ ਨੂੰ ਮਨ ਮਹਿ, ਮਨ ਦੇ ਮਹਿ ਵਿੱਚ ਧਿਆਏ, ਧਿਆਉਣਾ ਕਰੋ। ਤੇ ਜਿਨ੍ਹਾਂ ਧਿਆਇਆ ਨਾ, ਧਿਆਏ ਧਿਆਏ ਭਗਤੇ ਸੁਖ ਪਾਇਆ। ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ, ਉਹਦਾ ਕੋਈ ਅੰਤ ਨਹੀਂ ਪਾ ਸਕਿਆ। ਹਾਂ, ਧਿਆਉਣ ਵਾਲਿਆਂ ਨੇ ਸਦਾ ਸੁਖ ਪਾਇਆ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਸੋ ਐਸਾ ਜੋ ਅਕਾਲ ਪੁਰਖ ਪਰਮੇਸ਼ਰ ਹੈ, ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਭਾਈ ਸਤਿਗੁਰੂ ਦੇ ਚਰਨਾਂ ਦੁਆਰਾ ਉਸ ਨੂੰ ਮਨ ਵਿੱਚ ਵਸਾ ਧਿਆਉਣਾ ਕਰ। ਇਹਦੇ ਵਾਸਤੇ ਕੁਛ ਛੱਡਣਾ ਵੀ ਜ਼ਰੂਰੀ, ਪਰਹੇਜ਼ ਰੱਖਣਾ ਵੀ ਜ਼ਰੂਰੀ ਹੈ। ਦਵਾਈ ਖਾਣੀ ਹੈ ਤੇ ਪਰਹੇਜ਼ ਚਾਹੀਦਾ ਹੈ। ਉਹ ਕਿਹੜਾ ਹੈ? ਸਾਹਿਬ ਕਹਿ ਰਹੇ ਨੇ, ਛੋੜ ਸਗਲ ਸਿਆਣਪਾ, ਸਾਚ ਸ਼ਬਦ ਲਿਵ ਲਾਇ। ਆ ਜਿਹੜੀਆਂ ਸਿਆਣਪਾਂ ਨਾ, ਜਿਹੜੀਆਂ ਦੁਨਿਆਵੀ ਅਕਲਾਂ, ਹੁਜਤਾਂ, ਤਰਕਾਂ ਤੇ ਕੁਤਰਕਾਂ ਸਾਰੀਆਂ ਛੱਡ ਦੇ। ਪਿੱਛੇ ਇੱਕ ਸ਼ਬਦ ਆਇਆ ਸੀ, ਮਨ ਮੇਰੇ ਕਰਤੇ ਨੂੰ ਸਲਾਹੇ, ਸਭੇ ਛੱਡ ਸਿਆਣਪਾ, ਗੁਰ ਕੀ ਪੈਰੀ ਪਾਹੇ। ਹੈ ਮੇਰੇ ਮਨਾ, ਕਰਤਾ ਪੁਰਖ ਅਕਾਲ ਪੁਰਖ ਨੂੰ ਸਲਾਹਿਆ ਕਰ, ਉਹਦੀ ਸਿਫਤ ਕਰ। ਉਹਦੀ ਸਿਫਤ ਵਾਸਤੇ ਸਭੇ ਛੱਡ ਸਿਆਣਪਾਂ, ਆਪਣੀਆਂ ਅਕਲਾਂ ਪਿੱਛੇ ਰੱਖ ਲੈ। ਫਿਰ ਕੀ ਕਰ? ਗੁਰ ਕੀ ਮੱਤ ਤੂੰ ਲੇਹ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰੂ ਦੀ ਮੱਤ ਲੈ ਲੈ, ਗੁਰੂ ਦੀ ਮੱਤ ਧਾਰਨ ਕਰ ਲੈ। ਸਭੇ ਛੱਡ ਸਿਆਣਪਾਂ, ਗੁਰ ਕੀ ਪੈਰੀ ਪਾਏ। ਗੁਰੂ ਦੇ ਚਰਨਾਂ ਵਿੱਚ ਪੈ ਜਾਣਾ ਕਰ। ਸਿਆਣਪਾਂ ਕਿਉਂ ਛੱਡਣੀਆਂ ਨੇ? ਸਾਹਿਬ ਕਹਿੰਦੇ, ਚਤੁਰਾਈ ਸਿਆਣਪਾ ਕਿਤੇ ਕਾਮ ਨਾ ਆਈਐ, ਤੁਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈ। ਇਹ ਤੇਰੀਆਂ ਸਿਆਣਪਾਂ ਕਿਤੇ ਕੰਮ ਆਉਣ ਵਾਲੀਆਂ ਨਹੀਂ। ਗੁਰੂ ਨਾਨਕ ਦੇ ਪਾਤਸ਼ਾਹ ਦਾ ਬਚਨ ਪਿੱਛੇ ਆ ਚੁੱਕਾ ਹੈ, ਜਿਸ ਦੇ ਵਿੱਚ ਲੱਖ ਸਿਆਣਪ ਜੇ ਕਰੇ, ਲੱਖ ਸਿਉ ਪ੍ਰੀਤ ਮਿਲਾਪ। ਬਿਨ ਸੰਗਤ ਸਾਧਨਾ ਧਰਾਪੀਆ, ਬਿਨ ਨਾਵੇ ਦੁਖ ਸੰਤਾਪ। ਬੰਦੇ ਤੂੰ ਲੱਖਾਂ ਸਿਆਣਪਾਂ ਕਰ ਲੈ, ਲੱਖ ਸਿਆਣਪ ਜੇ ਕਰੀ। ਜੇਕਰ ਮੈਂ ਲੱਖਾਂ ਸਿਆਣਪਾਂ ਧਾਰਨ ਕਰ ਲਵਾਂ, ਲੱਖਾਂ ਸਿਆਣਪਾਂ ਕਰ ਲਵਾਂ। ਸਾਨੂੰ ਕਹਿ ਰਹੇ ਨੇ ਕਿ ਭਾਈ ਜੇਕਰ ਤੁਸੀਂ ਲੱਖਾਂ ਸਿਆਣਪਾਂ, ਅਕਲਾਂ, ਹੁਜਤਾਂ, ਤਰਕਾਂ ਵਰਤ ਲਵੋ, ਲੱਖ ਸਿਉ ਪ੍ਰੀਤ ਮਿਲਾਪ, ਲੱਖਾਂ ਬੰਦਿਆਂ ਨਾਲ ਪ੍ਰੇਮ ਪਾ ਲਓ, ਲੱਖਾਂ ਨਾਲ ਮੇਲ ਮਿਲਾਪ ਕਰ ਲਓ। ਬਿਨ ਸੰਗਤ ਸਾਧ ਨਾ ਧਰਾਪੀਆ, ਬਿਨਾ ਸਾਧੂ ਸਤਿਗੁਰੂ ਦੀ ਸੰਗਤ ਤੋਂ ਤੁਹਾਡੇ ਜੀਵਨ 'ਚ ਰੱਜ ਨਹੀਂ ਦੇ ਆਉਣਾ, ਤ੍ਰਿਪਤੀ ਨਹੀਂ ਆਉਣੀ, ਸੰਤੋਖ ਨਹੀਂ ਆਉਣਾ। ਬਿਨ ਨਾਵੇ ਦੁਖ ਸੰਤਾਪ, ਬਿਨਾ ਨਾਮ ਸਿਮਰਨ ਭਜਨ ਬੰਦਗੀ ਤੋਂ ਦੁੱਖ ਤੇ ਸੰਤਾਪ ਹੀ ਝੱਲਣਾ ਪਵੇਗਾ। ਇਸ ਵਾਸਤੇ ਸਾਹਿਬ ਕਹਿ ਰਹੇ ਨੇ, ਛੋੜ ਸਗਲ ਸਿਆਣਪਾ। ਸਾਰੀਆਂ ਸਿਆਣਪਾਂ ਭਾਈ ਛੱਡ ਦੇ। ਕੀ ਕਰਨਾ? ਕਰੋ ਸਾਚ ਸ਼ਬਦ ਲਿਵ ਲਾਇ। ਸੱਚੇ ਸ਼ਬਦ ਦੇ ਨਾਲ, ਗੁਰੂ ਦੇ ਉਪਦੇਸ਼ ਨਾਲ ਆਪਣੀ ਲਿਵ ਬਿਰਤੀ ਲਾ ਲੈਣਾ ਕਰੋ, ਜੋੜ ਲੈਣਾ ਕਰੋ। ਬਿਰਤੀ ਕਿਸੇ ਸਮੇਂ ਜੁੜੀ ਸੀ, ਮਾਂ ਦੇ ਗਰਭ ਵਿੱਚ ਜਦੋਂ ਸੀ ਜੁੜੀ ਸੀ, ਜਨਮ ਲੈਣ ਦੇ ਆਰ ਪਾਰ ਸੀ, ਉਦੋਂ ਤੱਕ ਜੁੜੀ ਸੀ। ਪਰ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਮਰ ਵਰਤਾਇਆ। ਲਿਵ ਟੁੱਟ ਗਈ ਹੈ। ਸੋ ਮਾਤਾ ਦੇ ਗਰਭ ਸਥਾਨ 'ਚ ਸਾਹਿਬ ਕਹਿੰਦੇ ਲਿਵ ਜੁੜੀ ਸੀ। ਹੁਣ ਬੰਦਾ ਲਿਵ ਗਵਾ ਬੈਠਾ ਹੈ ਤੇ ਲਿਵ ਗਵਾਚਣ ਕਰਕੇ ਬੰਦਾ ਦੁਖੀ ਹੈ। ਸਾਹਿਬ ਕਹਿੰਦੇ ਭਾਈ ਲਿਵ ਲਾ ਲਓ, ਸੁਰਤ ਜੋੜ ਲਓ ਮਾਲਕ ਦੇ ਸ਼ਬਦ ਵਿੱਚ, ਸਿਮਰਨ ਵਿੱਚ, ਉਪਦੇਸ਼ ਵਿੱਚ। ਰਹਾਉ ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰ ਮੰਤਰ ਹਿਰਦੈ ਹੋਏ। ਉਹਨਾਂ ਜੀਵਾਂ ਨੂੰ ਦੁੱਖ, ਕਲੇਸ਼ ਤੇ ਭਉ, ਤਿੰਨ ਚੀਜ਼ਾਂ ਦਾ ਸਾਹਿਬ ਇੱਥੇ ਜ਼ਿਕਰ ਕੀਤਾ ਹੈ। ਦੁੱਖ, ਜੰਮਣ ਤੇ ਮਰਨ ਦਾ ਦੁੱਖ ਕੋਈ ਛੋਟਾ ਦੁੱਖ ਨਹੀਂ ਹੈ। ਜੰਮਣ ਮਰਨ ਵੱਡਾ ਵਿਛੋੜਾ, ਵਿਛੋੜਾ ਬੜਾ ਵੱਡਾ ਦੁੱਖ ਹੁੰਦਾ ਹੈ। ਜੰਮਣ ਮਰਨ ਵੱਡਾ ਵਿਛੋੜਾ ਹੈ। ਕਲੇਸ਼, ਕਲੇਸ਼ ਦਾ ਅਖਰੀ ਅਰਥ ਹੁੰਦਾ ਸੰਤਾਪ।
ਝਗੜਾ, ਮਾਨਸਿਕ ਰੋਗ ਹੈ ਕਲੇਸ਼। ਇਹ 5 ਤਰ੍ਹਾਂ ਦੇ ਲਿਖੇ ਗ੍ਰੰਥਾਂ ਵਿੱਚ। ਅਵਿਦਿਆ, ਅਸਮਤਾ, ਰਾਗ, ਦਵੈਸ਼, ਅਭਿਨਵੇਸ਼, ਇਹ 5 ਨੇ। ਅਵਿਦਿਆ ਕੀ ਹੈ? ਅਵਿਦਿਆ ਦਾ ਅਰਥ ਹੁੰਦਾ ਹੈ ਉਲਟੀ ਸਮਝ ਰੱਖਣੀ। ਜੋ ਗੱਲ ਕਹੀ ਜਾ ਰਹੀ ਨਾ ਉਲਟੋਂ ਉਲਟ ਸਮਝ ਰੱਖਣੀ। ਹੁਣ ਕਈ ਬੋਲੇ ਹੁੰਦੇ, ਦੱਸਿਆ ਕੁਛ ਜਾ ਰਿਹਾ ਹੁੰਦਾ, ਉਹ ਸਮਝਦੇ ਕੁਛ ਨੇ। ਕਿਹਾ ਕੁਛ ਜਾ ਰਿਹਾ ਹੈ, ਸਮਝਿਆ ਕੁਛ ਜਾ ਰਿਹਾ ਹੈ। ਇਹਨੂੰ ਅਵਿਦਿਆ ਕਹਿੰਦੇ, ਅਗਿਆਨ ਕਹਿੰਦੇ। ਅਵਿਦਿਆ ਉਲਟੀ ਸਮਝ ਰੱਖਣੀ, ਸਹੀ ਗੱਲ ਨੂੰ ਨਾ ਸਮਝਣਾ। ਅਸਮਤਾ ਦੂਸਰਾ ਕਲੇਸ਼ ਹੈ। ਅਸਮਤਾ, ਅਸਮਤਾ ਕੀ ਹੁੰਦੀ ਹੈ? ਆਪਣੇ ਸਰੀਰ ਤੋਂ ਲੈ ਕੇ ਧਨ, ਪਦਾਰਥ, ਜ਼ਮੀਨ, ਜਾਇਦਾਦ, ਰਿਸ਼ਤੇਦਾਰ, ਸੰਬੰਧੀ, ਇਹਨਾਂ 'ਚ ਅਹੰ ਭਾਵ ਹੋਣਾ। ਅਹੰ ਭਾਵ ਹੁੰਦਾ ਹੰਕਾਰ, ਹੰਗਤਾ, ਮਮਤਾ ਤੇ ਮੇਰ ਤੇਰ ਦਾ ਭਾਵ ਹੋਣਾ। ਇਹਨੂੰ ਅਸਮਤਾ ਕਹਿੰਦੇ ਨੇ ਵਿਦਵਾਨ। ਤੀਜਾ ਹੈਗਾ ਹੈ ਰਾਗ। ਰਾਗ ਦਾ ਅਰਥ ਹੁੰਦਾ ਮੋਹ, ਪਦਾਰਥਾਂ ਨਾਲ ਮੋਹ ਹੋਣਾ, ਪਕੜ ਹੋਣੀ। ਚੌਥਾ ਹੈਗਾ ਹੈ ਦਵੈਸ਼। ਦਵੈਸ਼ ਕਹਿੰਦੇ ਨੇ ਨਫ਼ਰਤ ਨੂੰ, ਈਰਖਾ ਨੂੰ, ਵੈਰ ਤੇ ਵਿਰੋਧ ਨੂੰ। ਪੰਜਵਾਂ ਹੈਗਾ ਹੈ ਅਭਿਨਵੇਸ਼। ਅਭਿਨਵੇਸ਼ ਕੀ ਹੈ? ਕਿ ਜਿਹੜਾ ਕੰਮ ਕਰਨ ਦੀ ਸ਼ਾਸਤਰ, ਸਤਿਗੁਰੂ, ਮਹਾਂਪੁਰਖ ਆਗਿਆ ਨਹੀਂ ਦਿੰਦੇ, ਹੱਠ ਦੇ ਨਾਲ, ਜਿੱਦ ਦੇ ਨਾਲ ਮਨ ਉਹਦੇ ਵਿੱਚ ਜੋੜਨਾ, ਜਾਣ ਬੁੱਝ ਕੇ ਉਹ ਕੰਮ ਕਰਨਾ, ਮੌਤ ਦੇ ਭਏ ਤੋਂ ਡਰਨਾ। ਇਹ 2 ਕਾਰਨ ਨੇ ਅਭਿਨਵੇਸ਼ ਦੇ। ਇੱਕ ਹੱਠ ਕਰਕੇ ਨਾ ਕਰਨ ਜੋ ਕਰਮਾਂ ਦੇ ਵਿੱਚ ਮਨ ਲਾਉਣਾ, ਤੇ ਦੂਸਰਾ ਹੈਗਾ ਹੈ ਮੌਤ ਦੇ ਭਏ ਤੋਂ ਡਰਨਾ, ਮਰਨ ਤੋਂ ਡਰਨਾ। ਇਹ 2 ਔਗਣ ਮੰਨੇ ਨੇ ਅਭਿਨਵੇਸ਼ ਕਲੇਸ਼ ਦੇ। ਇਹ 5 ਕਲੇਸ਼ ਨੇ। ਨਾ ਭਉ ਵਿਆਪੇ। ਭਉ 7 ਤਰ੍ਹਾਂ ਦਾ ਲਿਖਿਆ ਹੈ। ਯਹ ਭੈ, ਪਰਲੋਕ ਭੈ, ਜਨਮ ਵੇਦਨਾ ਜਾਤ। ਜਨਮ ਦੀ ਪੀੜਾ ਦਾ ਵੀ ਬੜਾ ਭਿਆਨਕ ਭਉ, ਡਰ ਮੰਨਿਆ ਹੈ। ਔਰ ਇਸੇ ਤਰ੍ਹਾਂ ਹੀ ਅਕਸਮਾਤਰ ਪੈ ਸਾਤ। ਅਕਸਮਾਤਰ ਅਚਾਨਕ ਕਈ ਮਨ 'ਚ ਡਰ ਪੈਦਾ ਹੋ ਜਾਣਾ ਕਿਸੇ ਖੜਾਕ ਤੋਂ ਜਾਂ ਕਿਸੇ ਹੋਰ ਕਾਰਨ, ਇਹ ਵੀ ਇੱਕ ਪ੍ਰਕਾਰ ਦਾ ਭੈ ਹੀ ਹੈ। ਸੋ ਇਹ ਕਈ ਤਰ੍ਹਾਂ ਦੇ ਡਰ ਨੇ। ਡਰ ਤਾਂ ਪਤਾ ਨਹੀਂ ਕਿੰਨੀ ਕੁ ਤਰ੍ਹਾਂ ਦੇ ਵਿਦਵਾਨ 7 ਤਰ੍ਹਾਂ ਦੇ ਡਰ ਮੰਨਦੇ ਹਨ। ਐਸ ਲੋਕ ਦਾ ਡਰ, ਪਰਲੋਕ ਦਾ ਡਰ, ਜਨਮ ਦਾ ਡਰ, ਪੀੜਾ ਦਾ ਡਰ, ਬੜੇ ਤਰ੍ਹਾਂ ਦੇ ਡਰ ਨੇ। ਸਾਹਿਬ ਕਹਿੰਦੇ ਜਿਹੜਾ ਭਉ ਹੈ ਨਾ ਭਉ ਵਿਆਪੇ। ਕਿਸੇ ਤਰ੍ਹਾਂ ਦਾ ਡਰ ਵਿਆਪਦਾ ਨਹੀਂ, ਪ੍ਰਭਾਵਿਤ ਨਹੀਂ ਕਰਦਾ। ਕਦੋਂ? ਗੁਰ ਮੰਤਰ ਹਿਰਦੇ ਹੋਏ। ਜਿਨ੍ਹਾਂ ਦੇ ਹਿਰਦੇ 'ਚ ਗੁਰੂ ਦਾ ਮੰਤਰ ਵਸਿਆ ਹੋਵੇ। ਗੁਰੂ ਦਾ ਮੰਤਰ ਵਾਹਿਗੁਰੂ ਮੰਤਰ ਹੈ। ਤੇ ਸਾਹਿਬ ਕਹਿੰਦੇ ਉਠਦ ਬੈਠ ਸੋਤ ਜਾਗਤ ਗੁਰ ਮੰਤਰੜਾ ਚਿਤਾਰ। ਉੱਠਦਿਆਂ, ਬਹਿੰਦਿਆਂ, ਸੁੱਤਿਆਂ, ਜਾਗਦਿਆਂ, ਸਫ਼ਰ ਕਰਦਿਆਂ, ਉਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਗੁਰੂ ਦਾ ਸ਼ਬਦ ਗਾਈਏ, ਗੁਰੂ ਦਾ ਮੰਤਰ ਯਾਦ ਰੱਖੀਏ। ਜਿਹੜੇ ਮੰਤਰ ਯਾਦ ਨਹੀਂ ਨਾ ਰੱਖਦੇ, ਗੁਰ ਮੰਤਰ ਹੀਨਸ ਜੋ ਪ੍ਰਾਣੀ ਧ੍ਰਿਗ ਜਨਮ ਭ੍ਰਿਸ਼ਟ ਨੈ। ਉਹਨਾਂ ਦਾ ਜਨਮ ਧ੍ਰਿਗ ਹੈ, ਭ੍ਰਿਸ਼ਟ ਹੈ। ਉਹ ਕੁਕਰੇ, ਸੁਕਰੇ, ਕਾਕੇ, ਸਰਪਣੇ ਤੁਲ ਖਲੇ। ਇਹਨਾਂ ਨੀਵੀਆਂ ਜੂਨਾਂ ਦੇ 'ਚ ਪੈ ਕੇ ਦੁੱਖ ਭੋਗਦੇ ਹਨ। ਸੋ ਸਾਹਿਬ ਕਹਿ ਰਹੇ ਨੇ ਭਾਈ ਗੁਰ ਮੰਤਰ ਹਿਰਦੇ ਹੋਏ। ਗੁਰੂ ਦਾ ਮੰਤਰ ਉਪਦੇਸ਼ ਸਿੱਖਿਆ। ਮੰਤਰ ਦਾ ਅਰਥ ਸਲਾਹ ਵੀ ਹੁੰਦੀ ਹੈ, ਮੰਤਰ ਦਾ ਅਰਥ ਸਿੱਖਿਆ ਵੀ ਹੁੰਦੀ ਹੈ। ਪਰ ਇੱਥੇ ਹੈ ਗੁਰ ਮੰਤਰ, ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਕੀ ਕਿ ਭਾਈ ਨਾਮ ਜਪੋ। ਨਾਮ ਕਿਹੜਾ ਜਪਣਾ? ਵਾਹਿਗੁਰੂ ਮੰਤਰ ਹੈ। ਸੋ ਇਹ ਹਿਰਦੇ ਵਿੱਚ ਹੋਵੇ ਨਾ, ਸਾਹਿਬ ਕਹਿੰਦੇ ਫਿਰ ਨਾ ਤਾਂ ਦੁੱਖ ਲੱਗਦਾ, ਨਾ ਕਲੇਸ਼। ਸਰੀਰਕ ਤੇ ਮਾਨਸਿਕ ਦੁੱਖ ਤੇ ਭਉ ਇਹ ਨਹੀਂ ਵਿਆਪਦੇ। ਕੋਟ ਜਤਨਾ ਕਰ ਰਹੇ ਗੁਰ ਬਿਨ ਤਰਿਓ ਨਾ ਕੋਏ। ਜਦੋਂ ਤੋਂ ਸਿੱਟੀ ਬਣੀਏ ਬੰਦਿਆਂ, ਕਰੋੜਾਂ ਨੇ ਕਰੋੜਾਂ ਯਤਨ ਕੀਤੇ ਕਿ ਸੰਸਾਰ ਸਾਗਰ ਤੋਂ ਤਰ ਜਾਈਏ, ਪਾਰ ਹੋ ਜਾਈਏ। ਨਦੀਆਂ ਤੋਂ, ਦਰਿਆਵਾਂ ਤੋਂ ਤਰਨ ਦੇ ਸਾਧਨ ਮਾਧਮ ਬਣਾਏ ਗਏ। ਕਿਸੇ ਬੇੜੀ ਬਣਾਈ, ਜਹਾਜ਼ ਬਣਾਇਆ, ਕਾਹਦੇ ਵਾਸਤੇ ਸੀ ਕਿ ਤਰ ਜਾਈਏ, ਡੁੱਬ ਨਾ ਜਾਈਏ। ਹੁਣ ਸੰਸਾਰ ਸਾਗਰ ਤੋਂ ਤਰਨ ਦਾ ਵਸੀਲਾ ਕਿਹੜਾ ਹੈ? ਗੁਰੂ ਬੋਹਤ, ਗੁਰੂ ਜਹਾਜ਼ ਹੈ। ਸਾਹਿਬ ਕਹਿ ਰਹੇ ਨੇ ਕੋਟ ਯਤਨਾ ਕਰ ਰਹੇ। ਲੱਖਾਂ ਬੰਦੇ ਕਰੋੜਾਂ ਯਤਨ ਕਰ ਕਰਕੇ ਰਹੇ, ਥੱਕ ਗਏ, ਹੰਬ ਹਾਰ ਗਏ। ਗੁਰ ਬਿਨ ਤਰਿਓ ਨਾ ਕੋਏ। ਗੁਰੂ ਤੋਂ ਬਿਨਾਂ ਸੰਸਾਰ ਸਾਗਰ ਭਵਜਨ ਨੂੰ ਅੱਜ ਤੱਕ ਕੋਈ ਨਹੀਂ ਤਰਿਆ, ਕੋਈ ਨਹੀਂ ਤਰ ਸਕਿਆ। ਤਾਈਏ
ਥਾਂ ਥਾਂ ਤੇ ਸਾਹਿਬਾਂ ਬਾਣੀ 'ਚ ਗੁਰੂ ਦੀ ਵਡਿਆਈ ਕੀਤੀ, ਮਹਿਮਾ ਕੀਤੀ ਹੈ। ਗੁਰ ਬਿਨ ਸੁਰਤ ਨਾ ਸਿੱਧ, ਗੁਰ ਬਿਨ ਮੁਕਤ ਨਾ ਪਾਈਏ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਏ ਨਾ ਮਿਟੈ ਦਾਤ। ਇਸ ਵਾਸਤੇ ਸਾਹਿਬ ਕਹਿੰਦੇ ਭਾਈ, ਗੁਰੂ ਤੋਂ ਬਿਨਾਂ ਅੱਜ ਤੱਕ ਸੰਸਾਰ ਸਾਗਰ ਭਵਜੋ ਤੋਂ ਕੋਈ ਤਰ ਨਹੀਂ ਸਕਿਆ। ਸਤਿਗੁਰੂ ਦੇ ਉਪਦੇਸ਼ ਨੂੰ ਧਾਰਨ ਕਰੋ, ਗੁਰੂ ਦੀ ਸ਼ਰਨ ਵਿੱਚ ਆ ਜਾਓ। ਦੇਖ ਦਰਸ਼ਨ ਮਨ ਸਾਧਾਰੈ। ਗੁਰੂ ਦੇ ਦਰਸ਼ਨਾਂ ਵਿੱਚ ਬੜੀ ਭਾਰੀ ਬਰਕਤ ਹੈ, ਬਖਸ਼ਿਸ਼ ਹੈ। ਸਾਹਿਬ ਕਹਿੰਦੇ ਗੁਰੂ ਦਾ ਦੀਦਾਰ ਕਰਦਿਆਂ ਸਾਰੀ ਮਨ ਦੇ ਸੰਕਲਪ ਵਿਕਲਪ ਵਿਚਾਰਾਂ ਸ਼ਾਂਤ ਹੋ ਜਾਂਦੀਆਂ ਨੇ, ਮਨ ਟਿਕ ਜਾਂਦਾ ਹੈ। ਸੁਧਾਰੇ ਦਾ ਅਰਥ ਕੀ ਹੁੰਦਾ? ਸਾਧਾਰ ਹੈ, ਸਹਿਤ ਆਸਰੇ ਦੇ ਟਿਕ ਜਾਣਾ, ਸਥਿਰਤਾ ਪ੍ਰਾਪਤ ਹੋ ਜਾਣੀ। ਤਾਈਏ ਸਾਹਿਬਾਂ ਕਿਹਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਗੁਰੂ ਮੈਂ ਤੇਰਾ ਦਰਸ਼ਨ ਵੇਖ ਕੇ ਜਿਉਂਦਾ ਹਾਂ। ਤੇ ਤਦ ਹੀ ਪ੍ਰਾਪਤ ਹੋ ਸਕਦਾ ਜਦੋਂ ਪੂਰਨ ਕਰਮ ਹੋਏ ਪ੍ਰਭ ਮੇਰਾ। ਗੁਰਬਲਾ ਚੰਗਾ ਸ਼ੁਭ ਕਰਮ ਅੱਗੇ ਆ ਜਾਏ। ਸੋ ਸਾਵਨ ਸਰਸੀ ਕਾਮਨੀ, ਚਰਨ ਕਮਲ ਸਿਉ ਪਿਆਰ। ਮੰਤਰ ਰੱਤਾ ਸੱਚ ਰੰਗ, ਦਰਸ਼ਨ ਰੂਪ ਅਪਾਰ। ਸੋ ਦੇ ਦਰਸ਼ਨਾਂ ਦਾ ਬੜਾ ਭਾਰੀ ਮਹਾਤਮ ਹੈ। ਦਰਸ਼ਨ ਕਰਦਿਆਂ ਜਿੱਥੇ ਮਨ ਟਿਕ ਜਾਂਦਾ, ਪਾਪ ਸਗਲੇ ਜਾਹੇ। ਸਾਰੇ ਪਾਪ ਚਲੇ ਜਾਂਦੇ ਨੇ। ਮਹਾਂਭਾਰਤ ਵਿੱਚ 10 ਪਾਪ ਲਿਖੇ ਨੇ, ਬਾਈਬਲ ਦੇ ਵਿੱਚ 7 ਲਿਖੇ ਹਨ, ਉਪਨਿਸ਼ਦਾਂ ਦੇ ਵਿੱਚ 5-5 ਪਾਪਾਂ ਦਾ ਜ਼ਿਕਰ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਵੀ ਅਨੇਕਾਂ ਪਾਪ ਸਾਹਿਬਾਂ ਨੇ ਵਰਣਨ ਕੀਤੇ ਹਨ। 4 ਪਾਪ ਤਾਂ ਇੱਕੇ ਥਾਂ ਤੇ ਸਾਹਿਬ ਗੁਰੂ ਅਮਰਦਾਸ ਜੀ ਨੇ ਵਰਣਨ ਕੀਤੇ ਨੇ। ਬ੍ਰਾਹਮਣ ਕੈਲੀ ਘਾਤ ਕੰਜਕਾ, ਅਨਚਾਰੀ ਕਾ ਧਾਨ। ਫਿਟਕ ਫਿਟਕਾ ਕੋੜ ਬਦੀਆ, ਸਦਾ ਸਦਾ ਅਭਮਾਨ। ਪਾਹੇ ਏਤੇ ਜਾਹੇ ਵੀਸਰ, ਨਾਨਕਾ ਇੱਕ ਨਾਮ। ਇਹ 4 ਪਾਪ ਨੇ ਜਿਨ੍ਹਾਂ ਨੂੰ ਬੱਜਰ ਪਾਪ ਕਹਿੰਦੇ ਨੇ। ਸਿੱਖ ਰਹਿਤ ਮਰਿਆਦਾ ਅਨੁਸਾਰ 4 ਬੱਜਰ ਪਾਪ ਨੇ। ਕੇਸਾਂ ਦੀ ਬੇਅਦਬੀ ਹੋ ਜਾਣੀ, ਤੰਬਾਕੂ ਦਾ ਵਰਤੋਂ ਕਰਨੀ, ਕੁਕਰਮ ਕਰਨਾ, ਔਰ ਇਸੇ ਤਰ੍ਹਾਂ ਹੀ ਹਲਾਲ ਕੀਤਾ ਮਾਸ ਖਾਣਾ। ਇਹ 4 ਰਹਿਤ ਨਾਮਿਆਂ ਅਨੁਸਾਰ ਪਾਪ ਮੰਨੇ ਹਨ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਪਾਪ ਸਗਲੇ ਜਾਹੇ। ਅਸੰਖ ਪਾਪੀ ਪਾਪ ਕਰ ਜਾਹੇ। ਅਨੇਕਾਂ ਬੰਦੇ, ਬੇਗਿਣਤ ਬੰਦੇ ਜਿਹੜੇ ਪਾਪ ਕਰਕੇ ਪਾਪਾਂ ਦੀ ਕਮਾਈ ਲੈ ਕਰਕੇ ਜਾਂਦੇ। ਬੰਦਾ ਪਾਪ ਕਰਦਾ ਕਿਉਂ ਹੈ? ਸਾਹਿਬ ਕਹਿੰਦੇ ਪਾਪ ਬੁਰਾ ਹੈ ਤਾਂ ਮਾੜਾ, ਪਰ ਪਾਪੀ ਕਉ ਪਿਆਰਾ। ਪਾਪ ਲੱਦੇ ਪਾਪੇ ਪਸਾਰਾ। ਜਦੋਂ ਬੰਦਾ ਪਾਪ ਛੱਡੇਗਾ ਨਾ, ਪਰ ਹਰ ਪਾਪ ਪਛਾਣੈ ਆਪ, ਉਦੋਂ ਹੀ ਆਪਣੇ ਆਪੇ ਦੀ ਪਛਾਣ ਹੁੰਦੀ ਹੈ। ਭਾਈ ਪਾਪ ਦਾ ਤਿਆਗ ਕਰਕੇ ਆਪਣੇ ਆਪੇ ਦੀ ਪਛਾਣ ਕਰ ਲੈ। ਗੁਰੂ ਦਾ ਦੀਦਾਰ ਕੀਤਿਆਂ ਸਾਰੇ ਪਾਪ ਧੁੱਪ ਜਾਂਦੇ ਹਨ, ਚਲੇ ਜਾਂਦੇ ਹਨ। ਹਉ ਤਿਨ ਕੈ ਬਲਿਹਾਰਨ, ਜੇ ਗੁਰ ਕੀ ਪੈਰੀ ਪਾਹੇ। ਸਾਹਿਬ ਕਹਿੰਦੇ ਅਸੀਂ ਉਹਨਾਂ ਗੁਰਮੁਖਾਂ ਤੋਂ ਸਦਾ ਸਦਕੇ ਬਲਿਹਾਰ ਕੁਰਬਾਨ ਜਾਂਦੇ ਹਾਂ ਜਿਹੜੇ ਗੁਰੂ ਦੇ ਚਰਨਾਂ ਵਿੱਚ ਪੈ ਜਾਂਦੇ ਹਨ, ਆਪਣੇ ਆਪ ਨੂੰ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪਾਹੇ ਪਾ ਲੈਂਦੇ ਨੇ। ਸਾਧ ਸੰਗਤ ਮਨ ਵਸੈ, ਸਾਚ ਹਰਿ ਕਾ ਨਾਮ। ਵਾਹਿਗੁਰੂ ਦਾ ਸੱਚਾ ਨਾਮ ਮਨ ਵਿੱਚ ਕਿਵੇਂ ਵਸਦਾ ਹੈ? ਸਾਹਿਬ ਕਹਿੰਦੇ ਸਾਧ ਸੰਗਤ ਮਨ ਵਸੈ। ਸਾਧੂ ਸਤਿਗੁਰੂ ਦੀ ਸੰਗਤ ਵਿੱਚ ਆ ਕਰਕੇ ਨਾਮ ਜਪਿਆ, ਮਾਲਕ ਦਾ ਨਾਮ ਮਨ ਵਿੱਚ ਵਸ ਜਾਂਦਾ ਹੈ। ਜਿਹੜਾ ਸੱਚਾ ਨਾਮ ਹਰੀ ਦਾ ਨਾਮ ਹੈ, ਸਾਹਿਬ ਕਹਿੰਦੇ ਸਾਧ ਸੰਗਤ ਦੁਆਰਾ ਹੀ ਮਨ ਵਿੱਚ ਵਸਦਾ ਹੈ। ਤੇ ਜਿਨ੍ਹਾਂ ਦੇ ਮਨ ਵਿੱਚ ਵਸ ਗਿਆ ਨਾ, ਨਾਨਕ ਜਿਨ ਕੈ ਮਨ ਵਸਿਆ, ਮੋਖ ਮੁਕਤ ਤਿਨ ਪਾ। ਨਾਨਕ ਜਿਨ ਕੈ ਹਿਰਦੇ ਵਸਿਆ, ਮੋਖ ਮੁਕਤ ਤਿਨ ਪਾਇਆ। ਹਿਰਦੇ ਦਾ ਅਰਥ ਵੀ ਮਨ ਹੀ ਹੈ। ਜਿਨ੍ਹਾਂ ਦੇ ਮਨ ਵਿੱਚ ਵਸ ਗਿਆ ਨਾ, ਉਹਨਾਂ ਨੇ ਮੁਕਤੀ ਨੂੰ, ਮੋਕਸ਼ ਨੂੰ ਪਾ ਲਿਆ। ਸੇ ਵਡ ਭਾਗੀ ਨਾਨਕਾ, ਜਿਨ੍ਹਾਂ ਮਨ ਇਹੋ ਭਾਵ। ਵੱਡਿਆਂ ਭਾਗਾਂ ਵਾਲਾ ਕੌਣ ਹੈ? ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਫਰਮਾ ਰਹੇ ਨੇ, ਸੇ ਵਡ ਭਾਗੀ। ਉਹ ਵੱਡਿਆਂ ਭਾਗਾਂ ਵਾਲੇ ਗੁਰਮੁਖ ਹਨ। ਕਿਹੜੇ? ਜਿਨ੍ਹਾਂ ਮਨ ਇਹੋ ਭਾਵ, ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦਾ ਭਾਵ ਦਾ ਅਰਥ ਹੈ ਪ੍ਰੇਮ ਹੈ। ਨਾਮ ਜਪ ਕਰਨ ਦਾ, ਸਿਮਰਨ ਕਰਨ ਦਾ ਪ੍ਰੇਮ ਹੈ। ਤਾਈਏ ਸਾਹਿਬਾਂ ਕਿਹਾ ਕਿ ਨਾਨਕ ਜਿਨ ਮਨ ਭਾਓ ਤਿਨਾ ਮਨ ਪਾਓ।
ਜਿਨ੍ਹਾਂ ਦੇ ਮਨਾਂ ਵਿੱਚ ਵਾਹਿਗੁਰੂ ਦਾ ਭੈ ਵਸ ਗਿਆ, ਅਦਬ ਵਸ ਗਿਆ, ਉਹਨਾਂ ਦੇ ਮਨ 'ਚ ਪ੍ਰੇਮ ਪੈਦਾ ਹੋ ਗਿਆ। ਸੋ ਉਹ ਗੁਰਮੁਖ ਧੰਤਾ ਦੇ ਯੋਗ ਵੱਡਿਆਂ ਭਾਗਾਂ ਵਾਲੇ, ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਦਾ ਨਾਮ ਸਤਿਗੁਰੂ ਦੀ ਸੰਗਤ ਦੁਆਰਾ ਵਸ ਗਿਆ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਮਨ 'ਚ ਵਾਹਿਗੁਰੂ ਦਾ ਪ੍ਰੇਮ, ਪਿਆਰ, ਪ੍ਰੀਤ ਤੇ ਸਨੇਹ ਮੁਹੱਬਤ ਪੈਦਾ ਹੋ ਗਈ ਹੈ। ਇਹ ਪਾਵਨ ਉਪਦੇਸ਼ ਸਾਹਿਬਾਂ ਨੇ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਸਤਿਗੁਰੂ ਜੀ, ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਹੁਣ ਆਪ ਜੀ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਜੋ ਸਤਿਗੁਰੂ ਸਾਹਿਬਾਨਾਂ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਸ਼ਾਸਤਰ ਹਨ, ਉਹਨਾਂ ਦੇ ਦਰਸ਼ਨ ਦੀਦਾਰ ਕਰਵਾਏ ਜਾਣਗੇ। ਅੱਜ ਐਤਵਾਰ ਦਾ ਦਿਨ ਹੋਣ ਕਰਕੇ ਕਥਾ ਤੋਂ ਉਪਰੰਤ ਸਾਹਿਬਾਂ ਦੇ ਮਹਾਨ ਪਾਵਨ ਸ਼ਾਸਤਰਾਂ ਦੇ ਦਰਸ਼ਨ ਦੀਦਾਰ ਕਰਵਾਏ ਜਾਂਦੇ ਹਨ। ਪਾਵਨ ਸ਼ਾਸਤਰਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਣਗੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ। ਸੋ ਕੁਝ ਸਮੇਂ ਵਾਸਤੇ ਸ਼ਾਂਤੀ ਬਣਾ ਕੇ ਟਿਕ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਸ਼ਾਸਤਰਾਂ ਦੇ ਦਰਸ਼ਨ ਔਰ ਨਾਲ ਨਾਲ ਸ਼ਾਸਤਰਾਂ ਦੇ ਇਤਿਹਾਸ ਤੋਂ ਜਾਣੂ ਹੋ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਕੋਈ ਭੁੱਲ ਚੁੱਕ ਦੀ ਮੁਆਫੀ ਜੀ। ਸਾਧ ਸੰਗਤ ਮਨ ਵਸੈ, ਸਾਚ ਹਰਿ ਕਾ ਨਾਉ, ਸੇ ਵਡ ਭਾਗੀ ਨਾਨਕਾ, ਜਿਨਾ ਮਨ ਇਹੋ ਪਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।